चंद चरण शरणागत। कर गह लेहो उबारी, हम अवगुण भरे एक गुण नाही। अमृत छाड़ बिख बिख खाई, माया मोह परम पै भूले। सुत दारा स्यों प्रीत लगाई, एक उत्तम पंथ सुन्यो गुर संगत। तेह मिलंत जम त्रास मिटाई, एक अरदास पाठ कीरत की। गुर रामदास राखो, सो कहो टल गुर सेविय। अहनस सहज सुभाए, दर्शन परसय गुरु कै। जन्म मरण दुख जाए, होवै सिफत खसमदी। नूर अरसों कुरसों चटिया, तुद डिठे सच्चे पातशाह। मल जन्म जन्म दी कटिया, सज्जन सच्चा पातशाह। सिर सिर साहांदै साहो, जिस पास बैठया सोहिए। सबना दा वेसाहो, सतनाम श्री वाहेगुरु। साहेब जी, सोरठ महला पंजवा। घर दूजा अष्टपदिया, एक ओंकार सतगुर प्रसाद। पाठ पढ़ियो आर वेद विचारियो, निवल पुअंगम साधे। पंच जना स्यों संग ना छुटक्यो, आदिक अहं बुद्ध बादे। पाठ पढ़ियो आर वेद विचारियो, निवल पुअंगम साधे। पंच जना स्यों संग ना छुटक्यो, आदिक अहं बुद्ध बादे। प्यारे इन बिद मिलन ना जाई, मैं किए कर्म अनेका। हार परयो स्वामी कै द्वारै, दीजै बुद्ध बबेका। रहाओ मोन भयो कर पाती रहयो, नगन फिरियो बन माही।
ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵਤ ਤਰਾਏ। ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਜਤਨ ਕਰਾਏ। ਕਾਨਿਕ ਕਾਮਨੀ ਹੈ ਵਰ ਗੈਵਰ, ਬਹੁ ਬਿਦ ਦਾਨ ਦਾਤਾਰਾ। ਅੰਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਪੂਜਾ ਅਰਚਾ ਬੰਦਨ ਡੰਡੌਤ, ਖਟ ਕਰਮ ਰਤ ਰਹਿਤਾ। ਹਾਂ ਹਾਂ ਕਰਤ ਬੰਧਨ ਮਹਿ ਭਰਿਆ, ਨਹਿ ਮਿਲੀਐ ਇਹ ਜੁਗਤਾ। ਜੋਗ ਸਿੱਧ ਆਸਣ 84, ਏ ਪੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨਾ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕਿ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ
ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਦੇ ਪਾਵਨ ਦਰਬਾਰ ਅੰਦਰ ਨਤਮਸਤਕ ਹੋ ਕੇ ਆਪਣੇ ਜੀਵਨ ਦੀ ਕਲਿਆਣ ਪ੍ਰਾਪਤ ਕਰ ਰਹੇ ਹੋ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਦੀ ਦਾਤ ਸਤਿਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਭਾਈ ਸਾਹਿਬ ਜੀ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਪਾਵਨ ਸ੍ਰੀ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਹੈ। ਮਨ ਬਿਰਤੀਆਂ ਕੁਝ ਸਮੇਂ ਲਈ ਇਕਾਗਰ ਕਰੀਏ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਆਸਰਾ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੋਰਠ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਵਿੱਤਰ ਪਾਵਨ ਸ੍ਰੀ ਮੁਖਵਾਕ ਸ਼ਬਦ ਉਚਾਰਨ ਕਰ ਰਹੇ ਨੇ। ਦੂਸਰੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਅਸ਼ਟਪਦੀਆਂ ਹਨ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ, ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਸਤਿਗੁਰਾਂ ਦੇ ਪ੍ਰਸਾਦ ਦੁਆਰਾ ਉਸ ਨਿਰੰਕਾਰ ਓੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਅਸ਼ਟਪਦੀਆਂ ਆਰੰਭਦੇ ਹਨ। ਹਾਂਜੀ। ਪਾਠ ਪੜਿਓ ਅਰ ਵੇਦ ਵਿਚਾਰਿਓ। ਨਿਵਲ ਭੁਅੰਗਮ ਸਾਧੇ। ਗੁਰੂ ਖਾਲਸਾ ਜੀ ਸਾਧ ਸੰਗਤ ਵਿੱਚ ਆ ਕੇ ਹਰੀ ਕੀਰਤੀ ਕਰਨ ਦੇ ਕਰਮ ਤੋਂ ਇਲਾਵਾ ਬਾਕੀ ਦੇ ਜਿਤਨੇ ਕਰਮ ਕਾਂਡ ਨੇ ਉਹਨਾਂ ਦਾ ਜ਼ਿਕਰ ਸਤਿਗੁਰੂ ਜੀ ਇੱਥੇ ਕਰਦਿਆਂ ਦੱਸਦੇ ਨੇ ਕਿ ਨਿਰਾਰਥ ਨੇ। ਪ੍ਰਥਮ ਦੱਸਦੇ ਨੇ ਪਾਠ ਪੜ੍ਹਿਓ। ਕਈਆਂ ਨੇ ਬਹੁਤ ਸਾਰੇ ਸ਼ਾਸਤਰ ਪੜ੍ਹੇ ਨੇ, ਵੇਦ ਪੜ੍ਹੇ ਨੇ, ਪੁਰਾਣ ਪੜ੍ਹੇ ਨੇ, ਪਰ ਪੜ੍ਹੇ ਦਾ ਕੀ ਫਾਇਦਾ ਜੇ ਉਸ ਪੜ੍ਹੇ ਹੋਏ ਨੂੰ ਆਪਣੇ ਹਿਰਦੇ 'ਚ ਵਸਾਇਆ ਨਹੀਂ। ਪੜ੍ਹਿਆ ਬਹੁਤ, ਪਰ ਪਾਤਸ਼ਾਹ ਕਹਿੰਦੇ ਪੜ੍ਹਿਆ ਜੇਤੇ ਬਰਸ ਬਰਸ ਪੜ੍ਹਿਆ ਜੇਤੇ ਮਾਸ। ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਝਾਕ। ਜਿੰਨਾ ਚਿਰ ਮਰਜ਼ੀ ਬੰਦਾ ਪੜ੍ਹੀ ਜਾਵੇ, ਜਿੰਨੇ ਮਰਜ਼ੀ ਮਹੀਨੇ, ਜਿੰਨੇ ਮਰਜ਼ੀ ਸਾਲ ਪੜ੍ਹੀ ਜਾਵੇ, ਲੇਖੇ ਵਿੱਚ ਤਾਂ ਇੱਕੋ ਹੀ ਗੱਲ ਪੈਣੀ ਹੈ, ਉਹ ਅੱਗੇ ਜਾ ਕੇ ਦੱਸਣਗੇ।
ਹੁਣ ਕਈਆਂ ਨੇ ਪੜ੍ਹ ਲਿਆ ਤੇ ਪੜ੍ਹ ਕੇ ਉਹਦੀ ਹਉਮੈ ਤੇ ਹੰਕਾਰ ਤੇ ਹੈਂਕੜ ਆਪਣੇ ਹਿਰਦੇ 'ਚ ਪਾਲ ਲਈ। ਕਈ ਤਾਂ ਪੜ੍ਹੇ, ਬਸ ਪੜ੍ਹਦੇ ਹੀ ਰਹੇ। ਕਈ ਥੋੜੇ ਜਿਹੇ ਉਹਦੇ ਤੋਂ ਅੱਗੇ ਵਧੇ। ਉਹਨਾਂ ਨੇ ਪੜ੍ਹਨ ਤੋਂ ਬਾਅਦ ਫਿਰ ਉਹਨਾਂ ਦੀ ਵਿਚਾਰ ਵੀ ਕੀਤੀ, ਵੇਦ ਵਿਚਾਰਿਓ। ਜੋ ਪੜ੍ਹਿਆ ਸੀ ਉਹਨੂੰ ਵਿਚਾਰਿਆ ਵੀ। ਹੁਣ ਕੱਲੀ ਵਿਚਾਰ ਕਰਦਾ ਰਹੇ, ਉਸ ਵਿਚਾਰ ਦੇ ਮੁਤਾਬਕ ਚੱਲੇ ਹੀ ਨਾ, ਟੁਰੇ ਹੀ ਨਾ, ਤੇ ਫਿਰ ਉਹ ਵਿਚਾਰ ਵੀ ਥੋਥੀ ਆ, ਉਹਦਾ ਵੀ ਕੋਈ ਮਤਲਬ ਨਹੀਂ, ਕੋਈ ਪ੍ਰਯੋਜਨ ਨਹੀਂ। ਅੱਗੇ ਵੀ ਇੱਕ ਦਿਨ ਮੈਂ ਉਦਾਹਰਣ ਦਿੱਤੀ ਸੀ। ਇੱਕ ਚੋਰ ਕਿਸੇ ਦੇ ਘਰ ਆ ਪਹੁੰਚਿਆ, ਰਾਤ ਦਾ ਵੇਲਾ ਹੈ। ਘਰਵਾਲੀ ਆਪਣੇ ਪਤੀ ਨੂੰ ਕਹਿੰਦੀ ਹੈ, ਪਤੀ ਦੇਵ ਜਾਪਦਾ ਕੋਈ ਚੋਰ ਆਇਆ ਹੈ। ਉਹ ਕਹਿੰਦਾ, ਤੂੰ ਕੀ ਸੋਚਦੀ ਆ? ਮੈਂ ਸੁੱਤਾ ਪਿਆ, ਮੈਂ ਵੀ ਜਾਗਦਾ, ਮੈਂ ਸੋਚ ਰਿਹਾ, ਵਿਚਾਰ ਰਿਹਾ ਵੀ ਕੌਣ ਆਇਆ ਹੋਣਾ। ਥੋੜਾ ਜਿਹਾ ਸਮਾਂ ਹੋਰ ਲੰਘਿਆ ਤੇ ਚੋਰ ਚੋਰੀ ਕਰਨ ਲੱਗ ਪਿਆ। ਉਹ ਘਰਵਾਲੀ ਫਿਰ ਕਹਿਣ ਲੱਗੀ, ਪਤੀ ਦੇਵ ਜੀ ਲੱਗਦਾ ਵੀ ਹੁਣ ਉਹ ਚੋਰੀ ਕਰ ਰਿਹਾ। ਕਹਿੰਦਾ, ਮੈਂ ਵੀ ਸੋਚ ਰਿਹਾ, ਵਿਚਾਰ ਰਿਹਾ ਵੀ ਚੋਰੀ ਕੀ ਕਰਦਾ ਹੋਣਾ, ਕਿਹੜੀ ਚੀਜ਼ ਚੁੱਕਦਾ ਹੋਣਾ। ਘਰ ਵਿੱਚ ਇੰਨਾ ਕੁਝ ਹੈ, ਕਿਹੜੀ ਵਸਤੂ ਚੁੱਕਦਾ ਹੋਣਾ, ਕਿਹੜੀ ਚੀਜ਼ ਚੋਰੀ ਕਰਦਾ ਹੋਣਾ, ਮੈਂ ਉਹ ਵਿਚਾਰ ਕਰ ਰਿਹਾ। ਇੰਨੇ ਨੂੰ ਚੋਰ ਚੋਰੀ ਕਰਕੇ ਭੱਜਣ ਲੱਗਾ। ਕਹਿਣ ਲੱਗੀ ਵੀ ਉਹ ਭੱਜ ਰਿਹਾ, ਜਾ ਰਿਹਾ, ਹੁਣ ਤਾਂ ਉੱਠ ਕੇ ਉਹਨੂੰ ਫੜ ਲੈ। ਕਹਿੰਦਾ, ਮੈਂ ਵਿਚਾਰ ਕਰ ਰਿਹਾ ਵੀ ਭੱਜ ਕੇ ਕਿਹੜੇ ਪਾਸੇ ਨੂੰ ਜਾਵੇਗਾ, ਪਿੰਡ ਦੇ ਸੱਜੇ ਪਾਸੇ ਜਾਏਗਾ ਕਿ ਖੱਬੇ ਪਾਸੇ ਜਾਏਗਾ। ਇੰਨੇ ਨੂੰ ਚੋਰ ਉੱਥੋਂ ਦੀ ਨਿਕਲ ਗਿਆ, ਇਹ ਵਿਚਾਰ ਹੀ ਕਰਦਾ ਰਹਿ ਗਿਆ। ਇੱਦਾਂ ਦੇ ਹਾਲਾਤ ਨੇ ਉਹਨਾਂ ਮਨੁੱਖਾਂ ਦੇ ਜਿਹੜੇ ਕੇਵਲ ਵਿਚਾਰ ਹੀ ਕਰਦੇ ਰਹਿ ਗਏ ਔਰ ਵਿਚਾਰ ਦੇ ਅਨੁਸਾਰ ਆਪਣਾ ਆਚਾਰ, ਆਪਣਾ ਆਚਰਣ ਨਹੀਂ ਬਣਾ ਸਕੇ। ਕਹਿੰਦੇ ਜੀ ਅਸੀਂ ਵੇਦ ਵਿਚਾਰ ਲੈਨੇ ਆ, ਸਾਨੂੰ ਜੀ ਗੁਰਬਾਣੀ ਦੇ ਅਰਥਾਂ ਦਾ ਪਤਾ ਹੈ। ਅਸੀਂ ਜਿਹੜੀ ਗੁਰਬਾਣੀ ਪੜ੍ਹਦੇ ਆ ਸਾਨੂੰ ਉਹਦੇ ਅਰਥਾਂ ਦਾ ਵੀ ਪਤਾ ਲੱਗੀ ਜਾਂਦਾ। ਕਿਆ ਲਾਭ ਜੇ ਉਹਦੇ ਅਰਥਾਂ ਦੇ ਮੁਤਾਬਕ ਚੱਲਣ ਦਾ ਯਤਨ ਨਹੀਂ ਕੀਤਾ, ਫਿਰ ਕਿਆ ਲਾਭ ਪ੍ਰਾਪਤ ਹੋਇਆ। ਕਿਸੇ ਨੇ ਸਾਈਨ ਬੋਰਡ ਤੇ ਲਿਖ ਦਿੱਤਾ ਵੀ ਇੰਨੇ ਕਿਲੋਮੀਟਰ ਦਾ ਪੰਧ ਹੈ ਫਲਾਣੇ ਸ਼ਹਿਰ ਦਾ, ਪੜ੍ਹ ਵੀ ਲਿਆ, ਸਮਝ ਵੀ ਆ ਗਈ ਹੈ, ਜੇ ਟੁਰਿਆ ਨਹੀਂ ਤਾਂ ਕਿਵੇਂ ਪਹੁੰਚੇਗਾ, ਕਿਵੇਂ ਉਸ ਮੰਜ਼ਿਲ ਤੱਕ ਜਾਏਗਾ। ਧਰਮ ਗ੍ਰੰਥਾਂ ਦੇ ਪਾਠ ਪੜ੍ਹ ਲਏ, ਉਹਨਾਂ ਵੇਦਾਂ ਦੀ ਵਿਚਾਰ ਕਰ ਲਈ, ਜੇ ਚੱਲਿਆ ਹੀ ਨਹੀਂ ਉਹਨਾਂ ਮੁਤਾਬਕ ਤਾਂ ਪਹੁੰਚ ਕਿਵੇਂ ਹੋਣੀ ਸੀ। ਪਾਤਸ਼ਾਹ ਕਹਿੰਦੇ, ਬੜਿਆਂ ਨੇ ਪਾਠ ਪੜ੍ਹੇ, ਵੇਦ ਵਿਚਾਰੇ, ਨਿਵਲ ਭੁਯੰਗਮ ਸਾਧੇ, ਨਿਉਲੀ ਕਰਮ ਕੀਤੇ। ਨਿਉਲੀ ਕਰਮ ਕਹਿੰਦੇ ਆ ਨੇਤੀ ਧੋਤੀ ਦੇ ਕਰਮ ਕਰਨੇ, ਉਹਨਾਂ ਨੂੰ ਨਿਵਲੀ ਕਰਮ ਕਹਿ ਦਿੰਨੇ ਆਪਾਂ। ਅੱਜ ਕੱਲ੍ਹ ਕਹਿ ਦਿੰਦੇ ਨੇਚਰੋਪੈਥੀ, ਕਿ ਸਰੀਰ ਦੀ ਕਿਰਿਆ ਸ਼ੁੱਧ ਕਰਨੀ। ਨੱਕ ਦੇ ਵਿੱਚ ਇੱਕ ਧਾਗਾ ਰੇਸ਼ਮ ਦਾ ਲੈ ਕੇ ਦੂਸਰੀ ਨੱਕ ਦੇ ਵਿੱਚੋਂ ਦੀ ਕੱਢਣਾ ਜਾਂ ਮੂੰਹ ਦੇ ਵਿੱਚੋਂ ਦੀ ਕੱਢਣਾ, ਇੱਦਾਂ ਨਾਸਕਾ ਦੀ ਸਫਾਈ ਕਰਨੀ ਨੇਤੀ ਦਾ ਕਰਮ ਹੈ। ਪੰਚ ਕਰਮਾ, ਹੋਰ ਕਈ ਤਰ੍ਹਾਂ ਦੇ ਕਰਮ ਨੇ ਨਿਉਲੀ ਕਰਮ, ਜਿਹਨੂੰ ਅੱਜ ਕੱਲ੍ਹ ਅਨੀਮਾ ਵਗੈਰਾ ਕਹਿ ਦਿੰਦੇ ਆ। ਪੁਰਾਣੇ ਸਮਿਆਂ ਦੇ ਵਿੱਚ ਕੋਈ ਹੋਰ ਪ੍ਰਕਾਰ ਦੇ ਤਰੀਕਿਆਂ ਨਾਲ ਉਹ ਅਨੀਮਾ ਵਗੈਰਾ ਕੀਤਾ ਜਾਂਦਾ। ਤੋ ਇਹ ਨੇਤੀ ਧੋਤੀ ਦੇ ਕਰਮ ਨੇ, ਇਹ ਵੀ ਬੜੇ ਕਰਦੇ ਨੇ। ਯੋਗੀ ਲੋਕ ਅਕਸਰ ਇਹ ਨੇਤੀ ਧੋਤੀ ਦੇ ਕਰਮ ਕਰਕੇ ਸਰੀਰ ਨੂੰ ਸ਼ੁੱਧ ਕਰਕੇ ਫਿਰ ਯੋਗ ਸਾਧਨਾ ਕਰਦੇ ਸੀ। ਮਹਾਰਾਜ ਜੀ ਕਹਿੰਦੇ ਨਿਉਲੀ ਕਰਮ ਵੀ ਬੜਿਆਂ ਨੇ ਕੀਤੇ। ਭੁਯੰਗਮ, ਭੁਯੰਗਮ ਕਹਿੰਦੇ ਆ ਸੁਖਮਨਾ ਨਾੜੀ ਨੂੰ, ਜਿਹੜੀ ਸਾਡੀ ਰੀੜ੍ਹ ਦੀ ਹੱਡੀ ਦੀ ਕੰਗਰੋੜ ਦੇ ਨਾਲ ਨਾਲ ਚੱਲਦੀ ਹੈ, ਉਹਨੂੰ ਸੁਸ਼ਮਨਾ ਕਹਿ ਦਿੰਦੇ ਨੇ, ਭੁਯੰਗਮਾ ਨਾੜੀ ਕਹਿ ਦਿੰਦੇ ਨੇ। ਕਈਆਂ ਨੇ ਉਸ ਭੁਯੰਗਮਾ ਨਾੜੀ ਦੀ ਸਾਧਨਾ ਕਰ ਲਈ। ਭੁਯੰਗਮਾ ਨਾੜੀ ਨੂੰ ਸਾਧ ਕੇ ਦਸਮ ਦੁਆਰ ਦੇ ਵਿੱਚ ਆਪਣੇ ਸਵਾਸ ਟਿਕਾਉਣੇ ਸ਼ੁਰੂ ਕਰ ਦਿੱਤੇ।
ਇਹਨੇ ਕਰਮ ਕਾਂਡ ਕੀਤੇ। ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਆਦਿਕ ਅਹੰਗ ਬੁੱਧ ਬਾਧੇ। ਕਹਿੰਦੇ ਇੰਨੇ ਕਰਮ ਕਰਨ ਦੇ ਬਾਵਜੂਦ ਵੀ ਪੰਜਾਂ ਵਿਕਾਰਾਂ ਤੋਂ ਖਹਿੜਾ ਨਹੀਂ ਛੁੱਟਿਆ। ਭਿਅੰਗਮਾ ਨਾੜੀ, ਜਿਹਨੂੰ ਆਪਾਂ ਸੁਸ਼ਮਨਾ ਕਹਿ ਦਿੰਨੇ ਹਾਂ, ਤਿੰਨ ਨਾੜੀਆਂ ਨੇ, ਇੱਕ ਈੜਾ ਹੈ, ਪਿੰਗਲਾ ਹੈ, ਵਿਚਕਾਰ ਜਿਹੜੀ ਇਹਨਾਂ ਦੋਨਾਂ ਦੇ ਕੰਮ ਕਰਦੇ ਉਹਨੂੰ ਸੁਸ਼ਮਨਾ ਕਹਿੰਦੇ, ਭਿਅੰਗਮਾ ਨਾੜੀ। ਇੱਕ ਟਾਈਮ 'ਚ ਸਿਰਫ ਇੱਕ ਨਾੜੀ ਕੰਮ ਕਰਦੀ ਹੈ। ਸਾਡੀ ਨਾਸਕਾ ਦੀ ਜਾਂ ਖੱਬੀ ਨਾਸਕਾ ਕੰਮ ਕਰੇਗੀ ਜਾਂ ਸੱਜੀ ਕੰਮ ਕਰੇਗੀ। ਜੇ ਸੱਜੀ ਕੰਮ ਕਰ ਰਹੀ ਹੈ ਤਾਂ ਖੱਬੀ ਬੰਦ ਹੋਵੇਗੀ, ਖੱਬੀ ਕੰਮ ਕਰ ਰਹੀ ਹੈ ਤਾਂ ਸੱਜੀ ਬੰਦ ਹੋਵੇਗੀ। ਇੱਕ ਨਾੜੀ ਇੱਕ ਸਮੇਂ ਚੱਲਦੀ। ਆਪਣੀ ਨੱਕ ਦੇ ਥੱਲੇ ਅੰਗੂਠਾ ਰੱਖ ਕੇ ਜਾਂ ਹੱਥ ਦਾ ਪੁੱਠਾ ਹਿੱਸਾ ਰੱਖ ਕੇ ਅਸੀਂ ਵੇਖ ਸਕਦੇ ਹਾਂ ਵੀ ਕਿਹੜੀ ਨਾੜੀ ਚੱਲ ਰਹੀ ਹੈ, ਹਵਾ ਕਿਸ ਨਾਸਕਾ ਵਿੱਚੋਂ ਆ ਰਹੀ ਹੈ, ਹੱਥ ਤੇ ਪੈਂਦੀ ਹੈ। ਇਹਨਾਂ ਦੋਨਾਂ ਦੇ ਵਿੱਚ ਜਦੋਂ ਮੰਨ ਲਓ ਕਿ ਸੱਜੀ ਨਾਸਕਾ ਚੱਲ ਰਹੀ ਹੈ ਤੇ ਖੱਬੀ ਚੱਲਣੀ ਹੈ, ਉਸ ਵੇਲੇ ਕੇਵਲ ਕੁਝ ਸਕਿੰਟਾਂ ਲਈ ਤਿੰਨੇ ਨਾੜੀਆਂ ਚੱਲਦੀਆਂ ਨੇ ਤੇ ਤੀਸਰੀ ਨਾੜੀ ਸੁਸ਼ਮਨਾ ਵੀ ਉਸ ਵੇਲੇ ਕੰਮ ਕਰਦੀ ਹੈ। ਉਹ ਕੁਝ ਸਮੇਂ ਲਈ ਕੰਮ ਕਰਦੀ। ਜਦੋਂ ਤਬਦੀਲ ਹੁੰਦੀ ਹੈ ਨਾ ਨਾਸਕਾ, ਸੱਜੀ ਤੋਂ ਖੱਬੀ ਚੱਲਣੀ ਹੈ ਜਾਂ ਖੱਬੀ ਤੋਂ ਸੱਜੀ ਚੱਲਣੀ ਹੈ, ਤਾਂ ਵਿਚਕਾਰ ਜਿਹੜਾ ਸਮਾਂ ਹੁੰਦਾ ਹੈ ਕੁਝ ਕੁ ਸਕਿੰਟਾਂ ਦਾ, 2-4 ਸਕਿੰਟਾਂ ਦਾ, ਉਦੋਂ ਫਿਰ ਸੁਸ਼ਮਨਾ ਵੀ ਕੰਮ ਕਰਦੀ ਹੈ। ਜਿਹੜੇ ਸਾਧਕ ਸਨ ਯੋਗੀ, ਉਹ ਸਾਧਨਾ ਕਰਦਿਆਂ ਕਰਦਿਆਂ ਆਪਣੀ ਉਸ ਸੁਸ਼ਮਨਾ ਨੂੰ ਸदैਵੀ ਕਾਲ ਲਈ ਜਗਾ ਲੈਂਦੇ ਸੀ। ਔਰ ਉਸ ਨੂੰ ਜਗਾਉਣ ਤੋਂ ਬਾਅਦ ਉਹ ਆਪਣੇ ਸਵਾਸਾਂ ਦੀ ਪ੍ਰਕਿਰਿਆ ਦੁਆਰਾ ਆਪਣੇ ਸਵਾਸ ਦਸਮ ਦੁਆਰ 'ਚ ਟਿਕਾ ਲੈਂਦੇ, ਸਰੀਰ ਨੂੰ ਵੀ ਛੱਡ ਦਿੰਦੇ, ਪਰ ਵਿਕਾਰਾਂ ਤੋਂ ਖਹਿੜਾ ਨਹੀਂ ਸੀ ਛੁੱਟਦਾ। ਮਹਾਰਾਜ ਜੀ ਕਹਿੰਦੇ ਜਿਹੜੇ ਪੰਜ ਜਨ ਯਾਨੀ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਇਹਨਾਂ ਪੰਜਾਂ ਤੋਂ ਫਿਰ ਵੀ ਸੰਗ ਨਹੀਂ ਛੁਟਕਦਾ, ਸਗੋਂ ਅਦਕ ਅਹੰਗ ਬੁੱਧ ਵੱਧਦੇ। ਜਿਹੜੇ ਪਾਠ ਪੜ੍ਹਦੇ ਆ, ਵੇਦ ਵਿਚਾਰਦੇ ਆ, ਨਿਉਲੀ ਕਰਮ ਕਰਦੇ ਆ, ਭਿਅੰਗਮਾ ਨਾੜੀ ਸਾਧਦੇ ਆ, ਉਹਨਾਂ ਨੂੰ ਸਗੋਂ ਇਸ ਹੰਕਾਰ ਦੀ ਬਿਰਤੀ ਵਿੱਚ ਬੰਧਨ ਪੈ ਜਾਂਦਾ ਹੈ ਕਿ ਮੈਂ ਇੰਨੇ ਕਰਮ ਕਰਦਾ, ਮੈਂ ਇੰਨਾ ਪੜ੍ਹਿਆ ਹੋਇਆ, ਮੈਂ ਨਿਉਲੀ ਕਰਮ ਕਰਦਾ, ਮੈਂ ਭਿਅੰਗਮਾ ਨਾੜੀ ਦੀ ਸਾਧਨਾ ਕੀਤੀ ਹੋਈ ਹੈ। ਉਹ ਇਸ ਹੰਕਾਰ ਦੇ ਬੰਧਨ ਵਿੱਚ ਆਪਣੇ ਆਪ ਨੂੰ ਬੰਨ੍ਹ ਲੈਂਦੇ ਹਨ। ਪਿਆਰੇ ਇਨ ਬਿਦ ਮਿਲਨ ਨਾ ਜਾਏ। ਇਹ ਪਿਆਰੇ ਇਸ ਪ੍ਰਕਾਰ ਨਾਲ ਮਿਲਣਾ ਨਹੀਂ ਹੋਣਾ ਪਰਮੇਸ਼ਰ ਨਾਲ, ਏਦਾਂ ਨਹੀਂ ਮਿਲ ਹੋਣਾ। ਜੇ ਤੂੰ ਆਖੇ ਵੀ ਨਿਉਲੀ ਕਰਮ ਕਰਕੇ, ਭਿਅੰਗਮਾ ਨਾੜੀ ਦੀ ਸਾਧਨਾ ਕਰਕੇ, ਕੱਲੀਆਂ ਵੇਦਾਂ ਦੀਆਂ ਵਿਚਾਰਾਂ ਕਰਕੇ ਹੀ ਮੈਂ ਪਰਮੇਸ਼ਰ ਨੂੰ ਪ੍ਰਾਪਤ ਹੋ ਜਾਵਾਂਗਾ, ਤਾਂ ਹੇ ਪਿਆਰੇ ਇਸ ਪ੍ਰਕਾਰ ਨਾਲ ਮਿਲਿਆ ਨਹੀਂ ਜਾਣਾ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਮੈਂ ਇਸ ਤਰ੍ਹਾਂ ਦੇ ਅਨੇਕਾਂ ਕਰਮ ਕਰਕੇ ਵੇਖ ਲਏ। ਅਨੇਕ ਕਰਮ ਉੱਪਰ ਜਿਹੜੇ ਦੱਸੇ ਨੇ, ਅੱਗੇ ਵੀ ਦੱਸਣੇ ਨੇ। ਕਹਿੰਦੇ ਐਸੇ ਕਰਮ ਕਰ ਕਰਕੇ ਬਹੁਤ ਵੇਖ ਲਏ ਨੇ, ਪਰ ਇਸ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋਣੀ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਬੇਕਾ। ਆਪਣੇ ਸੁਆਮੀ, ਆਪਣੇ ਪ੍ਰਭੂ, ਆਪਣੇ ਮਾਲਕ ਦੇ ਦਰਵਾਜ਼ੇ ਤੇ ਹਾਰ ਕੇ ਢਹਿ ਕੇ ਪੈ ਜਾਓ ਕਿ ਹੇ ਪ੍ਰਭੂ, ਮੈਂ ਤੇਰੇ ਦੁਆਰ ਦੀ ਸ਼ਰਨ ਤੇ ਹਾਰ ਕੇ ਢਹਿ ਕੇ ਪੈ ਗਿਆ ਹਾਂ, ਕਿਰਪਾ ਕਰੋ ਮੈਨੂੰ ਵਿਵੇਕ ਬੁੱਧੀ ਦਾ ਦਾਨ ਬਖਸ਼ੋ। ਕਿਉਂਕਿ ਵਿਵੇਕ ਬੁੱਧੀ ਦਾ ਮਤਲਬ ਹੁੰਦਾ ਜਿੱਥੇ ਦੋ ਨੂੰ ਛੱਡ ਕੇ ਕੇਵਲ ਇੱਕ ਦੀ ਵਿਚਾਰ ਚੱਲੇ, ਉਹਨੂੰ ਵਿਵੇਕ ਕਹਿੰਦੇ ਆ। ਜਿੱਥੇ ਦੋ ਨੂੰ ਛੱਡ ਕੇ ਕੇਵਲ ਇੱਕ ਦੀ ਵਿਚਾਰ ਚੱਲੇ, ਉਹਨੂੰ ਵਿਵੇਕ ਕਹਿੰਦੇ ਹਨ। ਜਿਨ੍ਹਾਂ ਦਾ ਵਿਵੇਕ ਦੀਪ ਮਲੀਨ ਹੈ,
ਉਹ ਕਦੇ ਵੀ ਇਸ ਗੱਲ ਨੂੰ ਸਮਝ ਨਹੀਂ ਸਕਣਗੇ। ਅੱਜ ਆ ਸਾਡੇ ਵਿੱਚ ਜਿੰਨਾ ਵਤੰਡਾ ਪੈਦਾ ਹੁੰਦਾ ਕਿਸੇ ਮੁੱਦੇ ਤੇ, ਕਦੇ ਕਿਸੇ ਮੁੱਦੇ ਤੇ, ਕਿੰਨੇ ਪ੍ਰਕਾਰ ਦੇ ਸੰਦੇਹ ਅੱਜ ਸਾਡੇ ਹਿਰਦਿਆਂ ਵਿੱਚ ਸੁੱਤੇ ਸਿੱਧ ਉਤਪੰਨ ਹੁੰਦੇ ਹੈ। ਇਹਦਾ ਕਾਰਨ ਕੀ ਹੈ? ਕਿਉਂਕਿ ਵਿਵੇਕ ਦੀਪ ਮਲੀਨ ਹੈ। ਜੇ ਵਿਵੇਕ ਬੁੱਧ ਹੋਵੇ ਤਾਂ ਇਹ ਸਾਰੇ ਵਤੰਡੇ ਮੁੱਕ ਜਾਂਦੇ ਹਨ। ਵਿਵੇਕ ਦੀਪ ਮਲੀਨ ਹੈ, ਇਸੇ ਕਰਕੇ ਵਤੰਡੇ ਉੱਠਦੇ ਨੇ। ਆਹ ਕੀ ਆਖਿਤਾ, ਆਹ ਕੀ ਹੋ ਗਿਆ ਜੀ। ਕਈ ਵਾਰ ਪਹਿਲੀ ਵਾਰ ਦੀ ਬਾਰਿਸ਼ ਵੇਖੀ ਹੁੰਦੀ ਹੈ ਗਿੱਦੜ ਨੇ, ਉਹਦੇ ਜ਼ਿੰਦਗੀ 'ਚ ਪਹਿਲੀ ਵਾਰ ਸਾਵਣ ਭਾਦਰੋਂ ਆਇਆ ਹੁੰਦਾ। ਮੀਂਹ ਪੈਂਦਾ ਜਦੋਂ ਵੇਖਦਾ ਤੇ ਉਹ ਕਹਿੰਦਾ ਇਤਨੀ ਬਾਰਿਸ਼ ਜ਼ਿੰਦਗੀ में हमने पहली बार देखी। ਕਦੇ ਇੰਨਾ ਮੀਂਹ ਪਿਆ ਹੀ ਨਹੀਂ ਪਹਿਲਾਂ। ਤੂੰ ਪਹਿਲਾਂ ਸੀਗਾ ਕਦੋਂ? ਅੱਜ ਜਦੋਂ ਕਿਤੇ ਕੋਈ ਇਹੋ ਜਿਹਾ ਬਚਨ ਹੁੰਦਾ ਹੈ ਤੇ ਕਹਿੰਦੇ ਜੀ ਅਸੀਂ ਤਾਂ ਅੱਜ ਤੋਂ ਪਹਿਲਾਂ ਕਦੇ ਸੁਣਿਆ ਨਹੀਂ। ਜੇ ਤੂੰ ਸੁਣਿਆ ਨਹੀਂ ਇਹਦਾ ਮਤਲਬ ਇਹ ਹੈ ਹੀ ਨਹੀਂ ਸੀ। ਮੰਨ ਲਓ ਜਿਹੜੀ ਗੱਲ ਮੈਂ ਸੁਣੀ ਨਹੀਂ, ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਹੈ ਹੀ ਨਹੀਂ, ਵੀ ਮੈਂ ਅੱਜ ਤੱਕ ਸੁਣੀ ਨਹੀਂ, ਇਹ ਤਾਂ ਹੋ ਹੀ ਨਹੀਂ ਸਕਦੀ। ਹੋ ਸਕਦਾ ਮੇਰੀ ਪਹੁੰਚ ਤੱਕ ਉਹ ਨਾ ਪਹੁੰਚੀ ਹੋਵੇ। ਉੱਥੇ ਨਿਰਮੂਲ ਜੇ ਸ਼ੰਕੇ, ਨਿਰਮੂਲ ਜੇ ਸੰदेह ਸਾਡੇ ਹਿਰਦਿਆਂ 'ਚ ਉੱਠਣ ਲੱਗ ਪਏ। ਬਿਨਾਂ ਕਾਰਨ ਤੋਂ ਹੀ ਵਤੰਡਾ ਬਣਾਉਣਾ, ਕਿਸੇ ਵੀ ਗੱਲ ਦਾ ਬਣਾਉਣਾ ਵਤੰਡਾ। ਵਤੰਡਾਵਾਦ ਅੱਜ ਬਹੁਤ ਜ਼ਿਆਦਾ ਸਾਡੇ 'ਚ ਵੱਧ ਗਿਆ। ਉਹਦਾ ਕਾਰਨ ਹੈ ਕਿਉਂਕਿ ਵਿਵੇਕ ਦੀਪ ਮਲੀਨ। ਜਿਹੜਾ ਵਿਵੇਕ ਦਾ ਦੀਪ ਹੈ, ਦੀਵਾ ਹੈ, ਉਹ ਮਲੀਨ ਹੋ ਚੁੱਕਾ ਹੈ। ਇਸ ਕਰਕੇ ਸਮੁੱਚਿਆਂ ਨੂੰ ਜਿਨ੍ਹਾਂ ਦਾ ਵਿਵੇਕ ਦੀਪ ਮਲੀਨ ਹੈ, ਗੁਰੂ ਚਰਨਾਂ 'ਚ ਅਰਜ਼ੋਈ ਕਰਨੀ ਚਾਹੀਦੀ ਹੈ, ਮਹਾਰਾਜ ਸਾਨੂੰ ਵਿਵੇਕ ਬੁੱਧੀ ਦਾ ਦਾਨ ਬਖਸ਼ੋ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮਹਾਰਾਜ ਕਿਰਪਾ ਕਰੋ, ਸਾਨੂੰ ਵਿਵੇਕ ਬੁੱਧੀ ਦਾ ਦਾਨ ਬਖਸ਼ੋ। ਦੀਜੈ ਬੁੱਧ ਵਿਵੇਕਾ, ਦੀਜੈ ਬੁੱਧ ਵਿਵੇਕਾ, ਦੀਜੈ ਬੁੱਧ ਵਿਵੇਕਾ, ਦੀਜੈ ਬੁੱਧ ਵਿਵੇਕਾ। ਹਾਰ ਪਰਿਓ ਸੁਆਮੀ ਕੈ ਦੁਆਰੈ, ਹਾਰ ਪਰਿਓ ਸੁਆਮੀ ਕੈ ਦੁਆਰੈ, ਹਾਰ ਪਰਿਓ ਸੁਆਮੀ ਕੈ ਦੁਆਰੈ, ਹਾਰ ਪਰਿਓ ਸੁਆਮੀ ਕੈ ਦੁਆਰੈ। ਦੀਜੈ ਬੁੱਧ ਵਿਵੇਕਾ, ਦੀਜੈ ਬੁੱਧ ਵਿਵੇਕਾ, ਦੀਜੈ ਬੁੱਧ ਵਿਵੇਕਾ, ਦੀਜੈ ਬੁੱਧ ਵਿਵੇਕਾ। ਸਾਡੀ ਅਰਦਾਸ ਵਿੱਚ ਸਾਡਿਆਂ ਵੱਡਿਆਂ ਨੇ, ਸਾਡਿਆਂ ਬਜ਼ੁਰਗਾਂ ਨੇ ਜਦੋਂ ਸਾਡੀ ਅਰਦਾਸ ਬਣਾਈ, ਪੰਥ ਨੇ ਬਣਾਈ ਨਾ ਅਰਦਾਸ, ਤਾਂ ਉਸ ਅਰਦਾਸ ਵਿੱਚ ਜਦੋਂ ਗੁਰੂ ਚਰਨਾਂ 'ਚੋਂ ਦਾਨ ਮੰਗਿਆ ਜਾਂਦਾ ਤੇ ਦਾਨ ਮੰਗਦਿਆਂ ਮੰਗਦਿਆਂ ਇੱਕ ਦਾਨ ਆਪਾਂ ਮੰਗਦੇ ਹਾਂ, ਮਹਾਰਾਜ ਆਪਣੇ ਸਿੱਖਾਂ ਨੂੰ ਵਿਵੇਕ ਦਾਨ ਵੀ ਬਖਸ਼ੋ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਮਹਾਰਾਜ ਵਿਵੇਕ ਦਾ ਦਾਨ ਬਖਸ਼ੋ। ਵਿਵੇਕ ਖਾਣ ਦਾ ਵੀ ਹੈ, ਵਿਵੇਕ ਵੇਖਣ ਦਾ ਵੀ ਹੈ, ਵਿਵੇਕ ਬੋਲਣ ਦਾ ਵੀ ਹੈ, ਵਿਵੇਕ ਸੁਣਨ ਦਾ ਵੀ ਹੈ। ਸੁਣਨਾ ਕੀ ਹੈ, ਵੇਖਣਾ ਕੀ ਹੈ, ਉਹਦਾ ਵੀ ਵਿਵੇਕ ਹੈ। ਵਿਚਾਰ, ਵਿਵੇਕ ਮਤਲਬ ਵਿਚਾਰ ਹੈ। ਸੱਚ ਤੇ ਝੂਠ ਦੀ ਵਿਚਾਰ ਕਰਨ ਦਾ ਨਾਮ ਵਿਵੇਕ ਹੈ। ਸੱਚ ਕੀ ਹੈ, ਝੂਠ ਕੀ ਹੈ ਦਾ ਨਿਰਣਾ ਕਰਨਾ, ਉਹਨੂੰ ਵਿਵੇਕ ਕਹਿੰਦੇ ਆ। ਦੋ ਨੂੰ ਛੱਡ ਕੇ ਇੱਕ ਨੂੰ ਗ੍ਰਹਿਣ ਕਰਨਾ, ਜਿੱਥੇ ਦੋ ਹੋਵੇ ਦੁਬਦਾ ਨੂੰ ਛੱਡ ਕੇ ਇੱਕ ਪਾਸੇ ਚੱਲ ਪੈਣਾ, ਉਹਨੂੰ ਵਿਵੇਕ ਕਹਿੰਦੇ ਆ। ਜਦੋਂ ਦੋ ਹੋਣ, ਦੁਬਦਾ ਹੋਵੇ, ਫਿਰ ਗੱਲ ਨਹੀਂ ਬਣਦੀ। ਇੱਕ ਵੇਖਣ ਦਾ ਵਿਵੇਕ, ਮੈਂ ਕੀ ਵੇਖਣਾ, ਦੁਬਦਾ ਨਾ ਹੋਵੇ ਵੀ ਆਹ ਵੇਖਣਾ ਕਿ ਆਹ ਵੇਖਣਾ। ਟੀਵੀ ਦਾ ਰਿਮੋਟ ਪਕੜ ਕੇ ਬੰਦਾ ਦੁਬਦਾ 'ਚ ਹੁੰਦਾ, ਆਹ ਚੈਨਲ ਲਾਵਾਂ ਕਿ ਆਹ ਚੈਨਲ ਲਾਵਾਂ। ਦੁਬਦਾ ਵਿੱਚ ਹੀ ਜਦੋਂ ਇੱਕ ਤੇ ਚੱਲਦਾ ਤੇ ਇੱਕ ਤੇ ਵੇਖ ਲੈਂਦਾ।
नहीं तो बटन ही दबी जाता बैठा। वेखना की है, उहदे वास्ते भी विवेक है। की वेखना? यह विस संसार तुम देखते हो हर का रूप है, हर रूप नदरी ये वेखना। जय जय पेखो तह हजूर, दूर कत हो ना ਜਾਏ। ये वेखण दा विवेक है। ते जिहड़ी इन्हां अखां दी अपवित्रता है वो की अखी सूतक वेखना, पर त्रिया पर धन रूप, वो अपवित्रता है। विवेक है जय जय पेखों तह हजूर, सुनन दा विवेक। सुनना की है? ये सरवणो मेरे सच है, सुनना नौ पठाए, शरीर लाए सुनो सत बाणी। ऐ मेरे शरवणो, तुहानू परमेश्वर ने मेरे तन नाल लाया ही इस करके है कि तुसी गुरु की बाणी नू सुनना। ये कन्ना दा विवेक है। ये कन्न तेनू लगे है, इन्हां कन्ना दा मतलब तू हरि जस सुनना, कीर्तन सुनना, परमेश्वर की वडियाई सुननी है। ये कन्ना दा विवेक है। जुबान दा विवेक, बोलना की है? ये रसना तू आंदरस राच रही, तेरी प्यास ना जाए। जदों ये गुरु अमरदास साहब समझाउंदे है कि तू अन रसां च लुभाए मान है, हे रसना तू परमेश्वर दा नाम रस लै। ਉਹ ਬੋਲ ਜਿਨ੍ਹਾਂ ਬੋਲਾਂ ਦੇ ਨਾਲ ਤੇਰੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਦੇ ਅੰਮ੍ਰਿਤ ਦੀ ਮਿਠਾਸ ਪੈਦਾ ਹੋਵੇ। ਹੱਥਾਂ ਦਾ ਵਿਵੇਕ ਹੈ, ਇਹਨਾਂ ਨਾਲ ਕੀ ਕਰਨਾ? ਹੱਥਾਂ ਨਾਲ ਭਲਾ ਕਰਨਾ, ਸੇਵਾ ਕਰਨੀ ਹੈ। ਪੈਰਾਂ ਨਾਲ ਗੁਰੂ ਅਸਥਾਨਾਂ ਦੀ ਯਾਤਰਾ ਕਰਨੀ। ਇਹ ਵਿਵੇਕ ਹੈ ਸਰੀਰ ਦਾ, ਬਾਹਰ ਦਾ। ਫਿਰ ਅੰਦਰ ਦਾ ਵੀ ਵਿਵੇਕ ਹੈ। मन च विचार करनी, सच की है झूठ की है, वह निर्णय करना। हुण ये सारा विवेक मिलेगा कित्थों? महाराज जी कहते विवेक उदों मिलेगा जदों अपने मालक दे दर ते हार के ढह के बेनती करोगे, महाराज कृपा करके सानू विवेक दा दान बख्शो। अज अगर सानू सब तो वध किसे दान दी लोड़ है ਤਾਂ ਉਹ ਹੈ ਵਿਵੇਕ ਦਾਨ। ਮਹਾਰਾਜ ਕਿਰਪਾ ਕਰਕੇ ਸਾਨੂੰ ਵਿਵੇਕ ਦਾਨ ਬਖਸ਼ੋ। ਦੀਜੈ ਬੁੱਧ ਵਿਵੇਕਾ, ਸਾਨੂੰ ਵਿਵੇਕ ਬੁੱਧੀ ਦਾ ਦਾਨ ਪ੍ਰਦਾਨ ਕਰੋ। ਰਹਾਉ ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ बन माही। कहते कई मोनी हो गए, चुप हो गए। एक हुंदा है भी साधना करदियां करदियां तुहाडे मन की अवस्था ही ऐसी बन जे भी किसी नाल बोलण नूं चित ना करे। वो तो होगी एक वखरी अवस्था भी मन ना करे बोलण नूं। बाबा बोलना क्या कही है, जैसे राम नाम रव रही है, वो भी एक अवस्था। एक जान बुझ के हठ करके मौन रखना, लोकां नूं विखाउण वास्ते जी बाबा जी मौनी बाबा जी ने। ये तां बोलदे नहीं हन कुछ। कलगीधर स्वामी श्री गुरु गोबिंद सिंह साहब जी दे दरबार विच एक इहो जिहा मौनी बाबा आ गया। आखण जी वरियां तो नहीं बोलिया, मौन है। सिंह भी कहण लगे धन है बाबा जिहड़ा बोलदा ही नहीं, साडा तां बोले बिना सरदा नहीं है। कोई शै मंगनी, कोई वस्तु मंगनी, कुछ कहना, बोलना पैंदा। ये बोलदा नहीं, ये धन है। बड़ी वाह वाह होण लगी। कलगीधर पातशाह वेख्या भी सिंह भी थोड़े जे भरम च पै गए। इन्हां ने भी वेख लिया इहदा पखंड। पातशाह ने अपने एक सिंह नूं सद्दिया, कहंदे सिंघा बाबा मोनी आया, इदां कर भी इहनूं घरे लै जी, वधिया खीर पूड़ियां
ਚੰਗੇ ਚੰਗੇ ਪਕਵਾਨ ਛਕਾਈ, ਸੇਵਾ ਕਰੀ। ਬਾਬਾ ਮੋਨੀ ਭਾਗਾਂ ਨਾਲ ਆਇਆ ਤੇਰੇ ਘਰ। ਮੋਨੀ ਬਾਬਾ ਬੜਾ ਖੁਸ਼ ਵੀ ਮੇਰੀ ਤਾਂ ਬੜੀ ਸੇਵਾ ਟਹਿਲ ਹੋਣ ਲੱਗੀ ਹੈ। ਇਹ ਥੋੜਾ ਜਿਹਾ ਬਾਹਰ ਨੂੰ ਨਿਕਲਿਆ ਵੀ ਸਿੰਘ ਦੇ ਘਰ ਜਾਣਾ, ਤੇ ਪਿੱਛੋਂ ਉਸੇ ਸਿੰਘ ਨੂੰ ਸੱਦ ਕੇ ਮਹਾਰਾਜ ਜੀ ਕਹਿੰਦੇ ਬਹੁਤੀ ਖੇਚਲ ਨਾ ਕਰੀ, ਪੂੜੀਆਂ ਖੀਰ ਦੀ ਜੋ ਘਰ 'ਚ ਹਾਜ਼ਰ ਹੋਵੇ ਉਹੀ ਛਕਾ ਦੇਈ। ਮੋਨੀ ਨੂੰ ਸਿੰਘ ਲੈ ਕੇ ਘਰ ਪਹੁੰਚਿਆ। ਬੜੇ ਸਤਿਕਾਰ ਨਾਲ ਬਾਬੇ ਮੋਨੀ ਨੂੰ ਬਿਠਾਇਆ, ਹੱਥ ਪੈਰ ਧੁਆਏ। ਆਓ ਮਹਾਰਾਜ। ਪੱਗ ਜਾਗ ਪਏ। ਮੋਨੀ ਜੀ ਆਏ ਨੇ। ਸੁੱਕੀਆਂ ਰੋਟੀਆਂ ਪਈਆਂ ਸਨ ਘਰ ਵਿੱਚ ਕੱਲ੍ਹ ਦੀਆਂ। ਉਹੀ 2 ਰੋਟੀਆਂ ਲਿਆ ਕੇ ਤੇ ਪਾਣੀ ਦਾ ਗਲਾਸ ਧਰ ਦਿੱਤਾ ਮੂਹਰੇ ਵੀ ਲਓ ਬਾਬਾ ਮੋਨੀ ਜੀ ਛਕੋ। ਹੁਣ ਉਧਰ ਉਹ ਪ੍ਰਸ਼ਾਦਿਆਂ ਵੱਲ ਵੇਖੇ ਤੇ ਉਧਰ ਸਿੰਘ ਵੱਲ ਵੇਖੇ ਵੀ ਗੁਰੂ ਜੀ ਨੇ ਤਾਂ ਕਿਹਾ ਸੀ ਖੀਰ ਬਣਾਈ, ਪੂੜੀਆਂ ਬਣਾਈ, ਇਹ ਤਾਂ ਸੁੱਕੀਆਂ ਰੋਟੀਆਂ ਖਵਾਈ ਜਾਂਦਾ ਮੈਨੂੰ ਕੱਲ ਦੀਆਂ ਬਾਸੀਆਂ। ਹੁਣ ਉਹ ਰੋਟੀ ਕਿੱਥੇ ਨਿਕਲੇ, ਇਹਦੇ ਅੰਦਰ ਗੁੱਸੇ ਨਾਲ ਅੱਗ ਭੰਬੂਲਾ ਹੋਇਆ ਫਿਰੇ ਵੀ ਇਹਨਾਂ ਮੇਰੇ ਨਾਲ ਧੋਖਾ ਕੀਤਾ। ਇੱਕ ਅੱਧਾ ਪ੍ਰਸ਼ਾਦਾ ਉਹਨੇ ਕਿਸੇ ਔਖੇ ਸੌਖੇ ਛਕਿਆ। ਵਾਪਸ ਆਏ ਕਲਗੀਧਰ ਦੇ ਦਰਬਾਰ 'ਚ। ਮਹਾਰਾਜ ਜੀ ਪੁੱਛਦੇ, ਹਾਂ ਸਿੰਘਾ ਬਾਬੇ ਮੋਨੀ ਦੀ ਸੇਵਾ ਕੀਤੀ? ਕਹਿੰਦਾ, ਹਾਂ ਮਹਾਰਾਜ, ਜਿਵੇਂ ਤੁਸੀਂ ਕਿਹਾ ਸੀ ਉਸੇ ਤਰ੍ਹਾਂ ਸੇਵਾ ਕੀਤੀ। ਹੁਣ ਉਹ ਮੋਨੀ ਕੋਲੋਂ ਨਾ ਰਿਹਾ ਗਿਆ ਤੇ ਉਹ ਬੋਲ ਪਿਆ, ਕਹਿੰਦਾ ਜੀ ਖੇਸਵਾ ਸੇਵਾ ਕੀਤੀ, ਤੁਸੀਂ ਕਿਹਾ ਸੀ ਖੀਰ ਖਵਾਈ, ਤੁਸੀਂ ਕਿਹਾ ਸੀ ਪੂੜੀਆਂ ਬਣਾਈ, ਇਹਨੇ ਤਾਂ ਸੁੱਕੀਆਂ ਰੋਟੀਆਂ ਮੱਥੇ ਮਾਰੀਆਂ ਮੇਰੇ। ਮਹਾਰਾਜ ਜੀ ਹੱਸ ਪਏ ਤੇ ਸਿੰਘਾਂ ਨੂੰ ਕਹਿੰਦੇ, ਵੇਖੋ ਬਾਬੇ ਮੋਨੀ ਦਾ ਮੋਨ ਟੁੱਟ ਗਿਆ ਜੇ। ਇਹ ਮੋਨ ਸੀ ਕੇਵਲ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਵੇਖ ਕੇ ਲੋਕ ਆਖਣ ਵਾਹ ਜੀ ਵਾਹ। ਆ ਜਦੋਂ ਕਿਸੇ ਨੇ ਆਪਣੇ ਵਾਸਤੇ ਵਾਹ ਜੀ ਵਾਹ ਸੁਣਨਾ ਹੋਵੇ ਨਾ, ਇਹਦੇ ਲਈ ਤਾਂ ਕੰਨ ਤੜਫਦੇ ਹੁੰਦੇ ਆ ਬੰਦੇ ਦੇ ਵੀ ਕਦੋਂ ਕੋਈ ਆਖੇ ਵਾਹ ਜੀ ਵਾਹ, ਤੂੰ ਤਾਂ ਬੜੇ ਕਮਾਲ ਦੀ ਗੱਲ ਕਹੀ। ਆ ਵਾਹ ਜੀ ਵਾਹ ਸ਼ਬਦ ਸੁਣਨ ਵਾਸਤੇ ਤਾਂ ਦੁਨੀਆ ਤਰਸਦੀ ਫਿਰਦੀ ਹੁੰਦੀ ਹੈ। ਉਹਦੇ ਲਈ ਕੀ ਕੁਝ ਨਹੀਂ ਕਰਦੇ ਹੁੰਦੇ ਲੋਕ। ਜ਼ਮੀਨ ਦੇ ਉੱਤੇ ਕਰਜ਼ਾ ਚੁੱਕ ਲੈਂਦਾ ਵੀ ਧੀ ਪੁੱਤ ਨੂੰ ਵਿਆਹਣਾ, ਵੀ ਕਾਹਦੇ ਵਾਸਤੇ? ਵੀ ਧੀ ਪੁੱਤ ਵਿਆਹਣਾ, ਜ਼ਮੀਨ ਤੇ ਲੋੜ ਤੋਂ ਵੱਧ ਕਰਜ਼ਾ ਚੁੱਕਿਆ, ਖਰਚਿਆ, ਕਾਹਦੇ ਲਈ? ਵੀ ਲੋਕ ਆਖਣ ਵਾਹ ਜੀ ਵਾਹ। ਕੋਈ ਕੰਮ ਕਰਨਾ ਆਪਣੇ ਵਿੱਤ ਤੋਂ ਵੱਧ ਹੋ ਕੇ ਕਰਨ ਦਾ ਯਤਨ ਕਰਦਾ ਬੰਦਾ, ਕਿਸ ਲਈ ਕਰਦਾ? ਆਖਣਗੇ ਲੋਕ ਵਾਹ ਜੀ ਵਾਹ, ਕਮਾਲ ਕਰ ਦਿੱਤੀ ਫਲਾਣੇ ਨੇ। ਇਸ ਵਾਹ ਵਾਹ ਨੂੰ ਸੁਣਨ ਵਾਸਤੇ ਕਿੰਨੀ ਦੁਨੀਆ ਉਜੜਦੀ ਫਿਰਦੀ ਹੈ। ਪਖੰਡੀ ਪਖੰਡ ਕਰਦੇ ਆ, ਕਾਹਦੇ ਲਈ? ਵਾਹ ਜੀ ਵਾਹ ਸੁਣਨ ਵਾਸਤੇ। ਮਹਾਰਾਜ ਜੀ ਕਹਿੰਦੇ ਸੀ ਇਹ ਪਖੰਡ ਹੈ, ਇਹ ਝੂਠੀ ਵਾਹ ਵਾਹ ਹੈ ਦੁਨੀਆ ਦੀ। ਦੁਨੀਆ ਝੂਠੀ, ਝੂਠੀ ਦੁਨੀਆ ਦੀ ਵਾਹ ਵਾਹ ਵੀ ਝੂਠੀ। ਪਰਮੇਸ਼ਰ ਸੱਚਾ ਹੈ, ਉਹਦੀ ਵਾਹ ਵਾਹ ਵੀ ਸੱਚੀ ਹੈ। ਵਾਹੋ ਵਾਹੋ ਤਿਸਨੂੰ ਆਖੀ ਹੈ, ਉਸ ਪਰਮੇਸ਼ਰ ਨੂੰ ਆਖੋ ਹੇ ਵਾਹਿਗੁਰੂ, ਹੇ ਗੁਰੂ ਤੂੰ ਵਾਹ ਹੈ, ਹੇ ਗੁਰੂ ਤੂੰ ਵਾਹ ਹੈ, ਹੇ ਗੁਰੂ ਤੂੰ ਵਾਹ ਹੈ। ਉਸ ਨੂੰ ਆਖੀਏ ਹੇ ਵਾਹਿਗੁਰੂ ਤੂੰ ਵਾਹ ਹੈ, ਤੂੰ ਵਾਹ ਹੈ। ਵਾਹੋ ਵਾਹੋ ਕਾ ਬੜਾ ਤਮਾਸ਼ਾ, हे परमेश्वर तू वाह है। पातशाह कहते बड़े पखंडी मौन भयो मौनी हो गए, कर पाती रहे हो, हत्थां नूं भांडे बना लिया। पाती कहते ने पात्र, कर कहते ने हत्थां नूं, हत्थां नूं भांडे बना के लोकां दे दरां ते मंगदे फिरदे ने। नगन फिरिओ बन माह, नंगे हो गए, कपड़े ला दिते तन तो ते बनवासी हो के जंगलां च रहन लगे। भोज पत्तर आदक अपने तना ते ला के ओहदे नाल अपना जीवन निर्वाह करन लगे। पातशाह कहते नगन फिरत जो पाईया जोग, जे नंगे रहा रब की प्राप्ति हुंदी ते जिन्ने जंगल दे हिरन सी सारे जोगी बन जाते। वो रहिंदे ही नगन ने, तां बस्तर पाउंदे ही नहीं।
ਵਨਾਂ ਦੇ ਵਿੱਚ ਵੀ ਫਿਰਿਆ, ਜੰਗਲਾਂ ਵਿੱਚ ਵੀ ਨਗਨ ਹੋ ਕੇ ਫਿਰਦਾ ਰਿਹਾ। ਤਟ ਤੀਰਥ ਸਭ ਧਰਤੀ ਭ੍ਰਮਿਆ, ਦੁਬਿਧਾ ਛੁਟਕੈ ਨਾਹੀ। ਬੜਿਆਂ ਬੜਿਆਂ ਤੀਰਥਾਂ ਦੇ ਕੰਢਿਆਂ ਤੇ ਜਾ ਕੇ ਭਟਕਦਾ ਫਿਰਿਆ, ਸਾਰੀ ਧਰਤੀ ਤੇ ਭਰਮ ਲਿਆ, ਪਰ ਦੁਬਦਾ ਫਿਰ ਨਹੀਂ ਗਈ। ਦੁਬਦਾ ਛੁਟਕੈ ਨਾਹੀ, ਦੁਬਦਾ ਫਿਰ ਨਹੀਂ ਛੁਟੀ ਹਿਰਦੇ ਚੋਂ, ਦੁਬਦਾ ਦੀ ਫਿਰ ਨਿਰਵਿਰਤੀ ਨਹੀਂ ਹੋਈ। ਤੀਰਥਾਂ ਤੇ ਭਰਮਣ ਕੀਤਾ, ਧਰਤੀ ਦੇ ਉੱਤੇ ਫਿਰਦਾ ਰਿਹਾ, ਦੁਬਦਾ ਇਹਦੇ ਹਿਰਦੇ ਚੋਂ ਫਿਰ ਨਹੀਂ ਛੁੱਟ ਸਕੀ। ਮਨ ਕਾਮਨਾ ਤੀਰਥ ਜਾਏ ਬਸਿਆ, ਸਿਰ ਕਰ ਵਤ ਤਰਾਏ। ਮਨ ਕਾਮਨਾ ਦਾ ਮਤਲਬ ਹੁੰਦਾ ਵੀ ਮਨੀਕਰਨ ਤੀਰਥ ਕਾਸ਼ੀ ਦੇ ਵਿੱਚ ਹੈ, ਉੱਥੇ ਸਿਰ ਤੇ ਆਰਾ ਧਰ ਕੇ ਚੀਰ ਦਿੰਦੇ ਸਨ ਬਾਹਮਣ ਵੀ ਤੈਨੂੰ ਤੂੰ ਦਾਨ ਕਰੇਗਾ ਤੇ ਅੱਗੇ ਤੂੰ ਮੁਕਤ ਹੋ ਜਾਏਗਾ। ਅੰਗਰੇਜ਼ਾਂ ਦੇ ਸਮੇਂ ਉਹ ਆਰਾ ਬੰਦ ਹੋਇਆ। ਕਹਿੰਦੇ ਮਨ ਕਾਮਨਾ ਮਨੀਕਰਨ ਤੀਰਥ ਜਿਹੜਾ ਦੱਸਿਆ ਜਾਂਦਾ ਹੈ, ਉੱਥੇ ਜਾ ਕੇ ਵਸ ਗਿਆ, ਸਿਰ ਦੇ ਉੱਤੇ ਆਰਾ ਧਰਵਾ ਲਿਆ ਤੇ ਆਰਾ ਧਰਵਾ ਕੇ ਆਪਣਾ ਆਪ ਚਰਵਾ ਲਿਆ। ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਜਤਨ ਕਰਾਏ। ਕਹਿੰਦੇ ਆਰੇ ਨਾਲ ਤਨ ਚਰਾ ਲਿਆ ਮਨੀਕਰਨ ਤੀਰਥ ਤੇ ਜਾ ਕੇ, ਫਿਰ ਵੀ ਮਨ ਦੀ ਮੈਲ ਨਹੀਂ ਉਤਰੀ। ਖਾਲਸਾ ਜੀ, ਕਾਸ਼ੀ ਵਿੱਚ ਇੱਕ ਆਰਾ ਰੱਖਿਆ ਹੋਇਆ ਖੂਹ ਦੇ ਵਿੱਚ ਬ੍ਰਾਹਮਣਾਂ ਨੇ। ਕੋਈ ਚੰਗਾ ਧਨਵਾਨ ਸ਼ਾਹੂਕਾਰ ਆਉਣਾ, ਉਹਨੂੰ ਕਹਿਣਾ ਵੀ ਚੱਲ ਤੂੰ ਮੁਕਤ ਹੋਣਾ। ਕਾਸ਼ੀ 'ਚ ਲੋਕ ਮਰਨ ਹੀ ਆਉਂਦੇ ਆ, ਕਿਉਂਕਿ ਉਹਨਾਂ ਦੀ ਧਾਰਨਾ ਜਿਹੜਾ ਕਾਸ਼ੀ 'ਚ ਮਰਦਾ ਮੁਕਤ ਹੁੰਦਾ ਹੈ। ਇਹਨਾਂ ਨੇ ਆਰੇ ਨਾਲ ਚੀਰ ਦੇਣਾ। ਅੰਗਰੇਜ਼ਾਂ ਨੇ ਵੇਖਿਆ ਵੀ ਇਹ ਕੀ ਪਖੰਡ ਹੈ। ਉਹਨਾਂ ਨੇ ਇੱਕ ਦਿਨ ਸਾਰੇ ਬਾਹਮਣ ਇਕੱਠੇ ਕੀਤੇ। ਜਦੋਂ ਪੁਰਾਣੀ ਹਿਸਟਰੀ ਫਰੋਲੀ, ਵੇਖਿਆ ਵੀ ਬਾਹਮਣ ਕੋਈ ਮੁਕਤ ਹੋਇਆ ਹੀ ਨਹੀਂ, ਕਿਸੇ ਨੇ ਬਾਹਮਣ ਨੇ ਆਪਣਾ ਆਪ ਚਰਾਇਆ ਹੀ ਨਹੀਂ। ਇਹ ਜਿੰਨੇ ਹੁਣ ਤਾਈਂ ਚੀਰੇ ਇਹਨਾਂ ਨੇ ਛਤਰੀ ਰਾਜੇ ਜਿਹੜੇ ਸ਼ਾਹੂਕਾਰ, ਉਹੀ ਚੀਰੇ ਤੇ ਉਹਨਾਂ ਦਾ ਧਨ ਦੌਲਤ ਆਪ ਸਾਂਭ ਲੈਂਦੇ ਸੀ ਬਾਅਦ 'ਚ। ਉਹਨਾਂ ਆਖਿਆ ਵੀ ਹੁਣ ਤਾਈਂ ਤੁਸੀਂ ਬੜਿਆਂ ਨੂੰ ਮੁਕਤ ਕੀਤਾ, ਤੁਸੀਂ ਤੁਹਾਡੇ ਚੋਂ ਬ੍ਰਾਹਮਣ ਨਹੀਂ ਕੋਈ ਮੁਕਤ ਹੋਇਆ, ਅੱਜ ਤੁਹਾਨੂੰ ਅਸੀਂ ਮੁਕਤ ਕਰਨਾ ਹੈ, ਸਾਰੇ ਥੱਲੇ ਤੁਹਾਨੂੰ ਚੀਰਨਾ। ਹੱਥ ਜੋੜਨ ਕਹਿੰਦੇ ਨਾ ਜੀ ਏਦਾਂ ਨਾ ਕਰੋ। ਕਹਿੰਦੇ ਫਿਰ ਇਹ ਪਖੰਡ ਬੰਦ ਕਰੋ। ਉਦੋਂ ਫਿਰ ਉਹ ਆਰੇ ਦੇ ਉੱਤੇ ਪਾਬੰਦੀ ਲੱਗੀ ਸੀ। ਦੱਸਿਆ ਜਾਂਦਾ ਹੁਣ ਵੀ ਹੈ ਉਹਦੀਆਂ ਨਿਸ਼ਾਨੀਆਂ ਉੱਥੇ ਕਾਸ਼ੀ ਵਿੱਚ, ਬਨਾਰਸ ਵਿੱਚ। ਇਹ ਲੋਕਾਂ ਨੂੰ ਡਰਾ ਕੇ, ਧਮਕਾ ਕੇ ਜਾਂ ਕਈ ਤਰ੍ਹਾਂ ਦੇ ਲਾਲਚ ਦੇ ਕੇ ਆਰੇ ਥੱਲੇ ਚੀਰਦੇ ਸਨ ਵੀ ਤੁਹਾਡੀ ਮੁਕਤੀ ਹੋਵੇਗੀ, ਤੁਹਾਡੇ ਪ੍ਰਾਸ਼ਚਿਤ ਕਰਮ ਹੋਣਗੇ। ਪਰ ਧੰਨ ਭਾਈ ਮਤੀ ਦਾਸ ਜੀ, ਮਨ 'ਚ ਕੋਈ ਕਾਮਨਾ ਨਹੀਂ, ਕੋਈ ਕਾਂਖਾ ਨਹੀਂ, ਕੇਵਲ ਇੱਕੋ ਇੱਛਾ ਹੈ ਕਿ ਜਦੋਂ ਮੇਰੇ ਸਿਰ ਤੇ ਆਰਾ ਚੱਲੇ ਮੈਂ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਦਾ ਹੋਵਾਂ। ਉਹ ਸ਼ਹਾਦਤ ਪ੍ਰਾਪਤ ਕਰ ਰਹੇ ਨੇ, ਆਪਣੇ ਸਵੈ ਧਰਮ ਤੋਂ ਆਪਣਾ ਆਪਾ ਕੁਰਬਾਨ ਕਰ ਰਹੇ ਨੇ। ਉਹਨਾਂ ਦਾ ਆਰਾ ਚੱਲਿਆ ਪ੍ਰਵਾਨ ਸੀ, ਪਰ ਆ ਜਿਹੜਾ ਪਖੰਡ ਵਸ ਹੋ ਕੇ ਕੀਤਾ ਜਾਂਦਾ ਸੀ, ਜਿਹਦੇ ਬਾਰੇ ਇੱਥੇ ਗੁਰੂ ਅਰਜਨ ਦੇਵ ਸਾਹਿਬ ਦੱਸ ਰਹੇ ਨੇ। ਕਹਿੰਦੇ ਇਉਂ ਕਰਨ ਨਾਲ ਮਨ ਕੀ ਮੈਲ ਨਾ ਉਤਰੈ ਇਹ ਬਿਦ। ਇਸ ਪ੍ਰਕਾਰ ਨਾਲ ਮਨ ਦੀ ਮੈਲ ਨਹੀਂ ਸੀ ਉਤਰਦੀ। ਜੇ ਲੱਖ ਯਤਨ ਕਰਾਏ, ਭਾਵੇਂ ਇਦਾਂ ਦੇ ਲੱਖਾਂ ਹੀ ਯਤਨ ਕਰਾ ਲਵੇ, ਕਰ ਲਵੇ। ਕਾਨਕ ਕਾਮਨੀ ਹੈ ਵਰ ਗੈਵਰ, ਬਹੁ ਬਿਦ ਦਾਨ ਦਾਤਾਰਾ। ਕਹਿੰਦੇ ਸੋਨੇ ਦੀਆਂ ਇਸਤਰੀਆਂ ਬਣਾ ਕੇ ਦਾਨ ਕੀਤੀਆਂ ਜਾਂਦੀਆਂ ਸੀ। ਕਨਕ ਕਾਮਨੀ, ਕਨਕ ਨਾਮ ਹੁੰਦਾ ਸੋਨੇ ਦਾ। ਸੋਨੇ ਦੀਆਂ ਇਸਤਰੀਆਂ ਬਣਾ ਕੇ ਦਾਨ ਕਰਦੇ ਸਨ। ਹੈ ਵਰ ਗੈ ਵਰ, ਵਧੀਆ ਵਧੀਆ ਘੋੜੇ, ਵਧੀਆ ਵਧੀਆ ਹਾਥੀ,
ਉਹਦੇ ਤੋਂ ਇਲਾਵਾ ਹੋਰ ਬਹੁਤ ਪ੍ਰਕਾਰ ਦੇ ਦਾਨ ਆਦਿਕ ਦੇਣ ਵਾਲੇ ਦਾਤੇ ਸਨ। ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲਿਐ ਹਰ ਦੁਆਰਾ। ਅੰਨ ਦਾ ਦਾਨ ਕੀਤਾ, ਬਸਤਰਾਂ ਦਾ ਦਾਨ ਕੀਤਾ, ਜ਼ਮੀਨਾਂ ਦਾ ਦਾਨ ਕੀਤਾ। ਕਹਿੰਦੇ ਦਾਨ ਕਰਕੇ ਮੁੜ ਕੇ ਹੰਕਾਰੀ ਹੁੰਦੇ ਰਹੇ ਵੀ ਮੈਂ ਆਹ ਦਾਨ ਕੀਤਾ, ਮੈਂ ਆਹ ਦਾਨ ਕੀਤਾ। ਏਦਾਂ ਦਾਨ ਕੀਤਿਆਂ ਵੀ ਪਰਮੇਸ਼ਰ ਦੇ ਘਰ ਦੀ ਪ੍ਰਾਪਤੀ ਨਹੀਂ ਹੋਈ। ਨਹਿ ਮਿਲਿਐ ਹਰ ਦੁਆਰਾ, ਹਰੀ ਦੇ ਦੁਆਰ ਦੀ ਫਿਰ ਵੀ ਪ੍ਰਾਪਤੀ ਨਹੀਂ ਹੋਈ। ਨਿਰੰਕਾਰ ਦੇ ਘਰ ਦੇ ਵਿੱਚ ਫਿਰ ਵੀ ਪ੍ਰਵੇਸ਼ ਨਹੀਂ ਹੋਇਆ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ। ਕਈ ਤਰ੍ਹਾਂ ਦੀਆਂ ਪੂਜਾਵਾਂ, ਅਰਚਨਾ, ਚਰਚਾਣਾ, ਬੰਦਨਾ, ਡੰਡੌਤਾਂ ਕਰਦਾ ਰਿਹਾ। 6 ਪ੍ਰਕਾਰ ਦੇ ਜਿਹੜੇ ਕਰਮ ਦੱਸੇ ਆ ਸ਼ਾਸਤਰਾਂ ਵਿੱਚ ਉਹ ਵੀ ਕਰਦਾ ਰਿਹਾ। ਹਾਂ ਹਾਂ ਕਰਤ ਬੰਧਨ ਮਹਿ ਭਰਿਆ ਨਹਿ ਮਿਲਿਆ ਇਹ ਜੁਗਤਾ। ਸਗੋਂ ਹਉ ਕਰਦਿਆਂ ਵੀ ਮੈਂ ਕੀਤਾ, ਮੈਂ ਪੂਜਾ ਕਰਦਾ, ਮੈਂ ਅਰਚਨਾ ਕਰਦਾ, ਮੈਂ ਬੰਦਨਾ ਕਰਦਾ, ਮੈਂ ਡੰਡੌਤ ਕਰਦਾ, ਮੈਂ 6 ਕਰਮ ਕਰਦਾ। ਕਹਿੰਦੇ ਇਸ ਮੈਂ ਦੇ ਚੱਕਰ ਵਿੱਚ, ਬੰਧਨ ਵਿੱਚ ਪਿਆ ਹੋਇਆ। ਏਦਾਂ ਵੀ ਪਰਮੇਸ਼ਰ ਦੇ ਘਰ ਦੀ ਪ੍ਰਾਪਤੀ ਨਹੀਂ ਹੁੰਦੀ। ਨਹਿ ਮਿਲਿਐ ਇਹ ਜੁਗਤਾ। ਇਸ ਜੁਗਤ ਨਾਲ ਵੀ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਜੋਗ ਸਿੱਧ ਆਸਣ 84 ਏ ਪੀ ਕਰ ਕਰ ਰਹਿਆ। ਕਹਿੰਦੇ ਯੋਗ ਸਾਧਨਾ ਕੀਤੀ, ਯੋਗ ਸਿੱਧ ਆਸਣ ਲਾਏ 84 ਪ੍ਰਕਾਰ ਦੇ, ਇਹ ਵੀ ਸਾਰੇ ਕਰ ਕਰਕੇ ਰਹਿ ਗਿਆ। ਯੋਗ ਸਾਧਨਾ ਕੀਤੀ, 84 ਆਸਣ ਯੋਗੀਆਂ ਦੇ ਮੁਖ ਨੇ, ਉਹ ਵੀ ਕਰਦੇ ਰਹੇ ਤੇ ਕਰ ਕਰਕੇ ਰਹਿ ਗਏ। ਵੱਡੀ ਆਰਜਾ ਫੇਰ ਫੇਰ ਜਨਮੈ ਹਰ ਸਿਉ ਸੰਗ ਨਾ ਗਾਹਿਆ। ਉਮਰ ਲੰਮੀ ਹੋ ਗਈ ਉਹਨਾਂ ਦੀ, ਆਰਜਾ ਵੱਡੀ ਹੋ ਗਈ, ਪਰ ਮੁੜ ਮੁੜ ਕੇ ਫਿਰ ਜੰਮਦੇ ਰਹੇ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੰਗ ਪ੍ਰਾਪਤ ਨਹੀਂ ਹੋਇਆ। 84 ਆਸਣ ਕਰਕੇ, ਯੋਗ ਦੀ ਸਾਧਨਾ ਕਰਕੇ, ਕਹਿੰਦੇ ਉਮਰ ਵੱਡੀ ਹੋ ਗਈ, ਪਰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਨਹੀਂ ਹੋ ਸਕੀ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਰਾਜ ਲੀਲਾ ਕੀਤੀ ਕਈ ਪ੍ਰਕਾਰ ਦੀ। ਉਸ ਰਾਜ ਲੀਲਾ ਦੇ ਵਿੱਚ, ਰਾਜਿਆਂ ਦੀ ਰਚਨਾ ਵਿੱਚ ਅਮੋੜ ਹੁਕਮ ਕਰਦਾ ਰਿਹਾ ਵੀ ਮੇਰਾ ਹੁਕਮ ਕੌਣ ਮੋੜੇ। ਅਫਾਰਾ ਮਤਲਬ ਹੁੰਦਾ ਅਮੋੜ ਹੁਕਮ ਕਰਨਾ, ਵੀ ਜਿਸ ਦੇ ਹੁਕਮ ਨੂੰ ਕੋਈ ਮੋੜ ਨਾ ਸਕੇ। ਇਹੋ ਜਿਹਾ ਰਾਜਾ ਬਣਿਆ ਤੇ ਰਾਜਾ ਬਣ ਕੇ ਰਾਜਿਆਂ ਦੀ ਰਚਨਾ 'ਚ ਉਲਝਿਆ ਹੋਇਆ, ਲੋਕਾਂ ਦੇ ਉੱਤੇ ਜਰਵਾਣੇ ਹੁਕਮ ਫਰਮਾਉਂਦਾ ਰਿਹਾ, ਕਰਦਾ ਰਿਹਾ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਸੋਹਣੀਆਂ ਮਖਮਲੀਆਂ ਸੇਜਾਂ ਤੇ ਪੈਂਦਾ ਰਿਹਾ ਤੇ ਸੋਹਣੀ ਚੰਦਨ ਦੀ ਚੋਏ ਉੱਤੇ ਸੁਗੰਧੀਆਂ ਦਾ ਚਰਚਣ ਕਰਕੇ, ਕਹਿੰਦੇ ਉਹਦੇ ਤੇ ਲੇਟਦਾ ਰਿਹਾ ਤੇ ਅਖੀਰ ਨੂੰ ਆਪਣੇ ਵਾਸਤੇ ਘੋਰ ਨਰਕਾਂ ਦਾ ਦਰਵਾਜ਼ਾ ਹੀ ਖੋਲਿਆ। ਕਹਿੰਦੇ ਨਹੀਂ ਹੁੰਦੇ ਤਪੋਂ ਰਾਜ ਤੇ ਰਾਜੋਂ ਨਰਕ, ਇਹ ਸੁਤੇ ਸਿੱਧ ਹੈ। ਜੇ ਰਾਜ ਹਲੇਮੀ ਨਾਲ ਨਹੀਂ ਕੀਤਾ, ਰਾਜ ਜਰਵਾਣਾ ਬਣ ਕੇ ਕੀਤਾ, ਤੇ ਸੁਭਾਵਕ ਹੈ ਆਪਣੇ ਲਈ ਨਰਕਾਂ ਦਾ ਹੀ ਦਰਵਾਜ਼ਾ ਖੋਲਿਆ ਵੱਡਿਆਂ ਵੱਡਿਆਂ ਰਾਜਿਆਂ ਨੇ। ਹਰ ਕੀਰਤ ਸਾਧ ਸੰਗਤ ਹੈ ਸਿਰ
ਕਰਮਨ ਕੈ ਕਰਮਾ। ਪਾਤਸ਼ਾਹ ਕਹਿੰਦੇ ਦੁਨੀਆ ਦੇ ਇਹ ਜਿੰਨੇ ਉੱਪਰਲੇ ਕਰਮ ਦੱਸੇ ਨੇ ਨਾ, ਸਾਰੇ ਕਰਮਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਕਰਮ ਹੈ ਸਾਧ ਸੰਗਤ ਵਿੱਚ ਆ ਕੇ ਹਰੀ ਦਾ ਕੀਰਤਨ ਕਰਨਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਹਰੀ ਦੀ ਕੀਰਤੀ ਕਰਨੀ ਸਾਧ ਸੰਗਤ ਵਿੱਚ ਆ ਕੇ। ਇਹ ਦੁਨੀਆ ਦੇ ਜਿਤਨੇ ਕਰਮ ਹਨ ਉਹਨਾਂ ਸਾਰੇ ਕਰਮਾਂ ਚੋਂ ਸ਼੍ਰੋਮਣੀ ਕਰਮ ਹੈ, ਸਰਵੋਤਮ ਕਰਮ ਹੈ। ਇਸ ਕਰਮ ਦੇ ਤੁਲ ਦੁਨੀਆ 'ਚ ਕੋਈ ਕਰਮ ਨਹੀਂ ਜਿਹੜਾ ਤੁਸੀਂ ਕਰ ਰਹੇ ਹੋ ਇਸ ਵੇਲੇ। ਆ ਸੰਗਤ ਵਿੱਚ ਬੈਠੇ ਕਥਾ ਸੁਣ ਰਹੇ ਹੋ, ਪਰਮੇਸ਼ਰ ਦੀ ਕੀਰਤੀ ਸਰਵਣ ਕਰ ਰਹੇ ਹੋ, ਇਸ ਕਰਮ ਵਰਗਾ ਦੁਨੀਆ 'ਚ ਕੋਈ ਕਰਮ ਨਹੀਂ। ਦੁਨੀਆ ਦੇ ਜਿਤਨੇ ਕਰਮ ਨੇ ਉਹਨਾਂ ਸਾਰੇ ਕਰਮਾਂ 'ਚੋਂ ਇਹ ਸ਼੍ਰੋਮਣੀ ਕਰਮ ਹੈ। ਵਾਹਿਗੁਰੂ। ਤੇ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਆ, ਭਾਗ ਸਵੱਲੇ ਹੁੰਦੇ ਆ। ਹਾਂਜੀ। ਕਹੋ ਨਾਨਕ ਤਿਸ ਭਇਓ ਪਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਹ ਸਾਧ ਸੰਗਤ ਦੀਆਂ ਘੜੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਕਰਮ ਚੰਗੇ ਨੇ, ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮਾਂ ਨਾਲ ਲੇਖ ਪਏ ਹੋਏ ਨੇ ਨਾ, ਭਾਗਾਂ ਵਾਲਿਆਂ ਨੂੰ ਸਾਧ ਸੰਗਤ ਵਿੱਚ ਜੁੜ ਕੇ ਬੈਠ ਕੇ ਹਰੀ ਕੀਰਤੀ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਤੇਰਾ ਸੇਵਕ ਇਹ ਰੰਗ ਮਾਤਾ। ਹੇ ਵਾਹਿਗੁਰੂ, ਮੈਂ ਤੇਰਾ ਸੇਵਕ ਹਾਂ ਔਰ ਤੇਰੇ ਇਸ ਰੰਗ ਵਿੱਚ ਮਸਤ ਹਾਂ। ਇਹ ਰੰਗ ਮਾਤਾ ਤੇਰੇ ਇਸ ਰੰਗ ਵਿੱਚ, ਤੇਰੀ ਭਗਤੀ ਦੇ ਰੰਗ ਵਿੱਚ, ਤੇਰੀ ਬੰਦਗੀ ਦੇ ਰੰਗ ਵਿੱਚ ਰੰਗਿਆ ਹੋਇਆ ਹਾਂ। ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਪਤਾ। ਇਹ ਦੀਨਾਂ ਦੇ ਦੁੱਖ ਭੰਨਣ ਵਾਲੇ ਕਿਰਪਾਲੂ ਵਾਹਿਗੁਰੂ ਪਰਮੇਸ਼ਰ ਜੀਓ, ਹਰ ਕੀਰਤਨ, ਹਰੀ ਦੇ ਕੀਰਤਨ ਵਿੱਚ ਮੇਰਾ ਇਹ ਮਨ ਰੰਗਿਆ ਹੋਇਆ ਹੈ। ਰਹਾਉ ਦੂਜਾ, ਦੂਸਰੇ ਰਹਾਉ ਦੇ ਬੰਦ ਵਿੱਚ ਇਹ ਬਚਨ ਪਾਤਸ਼ਾਹ ਫਰਮਾਉਂਦੇ ਹਨ ਕਿ ਪਰਮੇਸ਼ਰ ਦੀ ਕਿਰਪਾ ਹੋਈ, ਦੀਨਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਹਰੀ ਦੇ ਕੀਰਤਨ ਦੇ ਰੰਗ ਵਿੱਚ ਰੰਗਿਆ ਹੋਇਆ। ਮੇਰਾ ਇਹ ਮਨ ਹਰੀ ਦੇ ਕੀਰਤਨ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ 15 ਮਈ ਦੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਸਜ ਰਹੇ ਹਨ। ਸ਼ਾਮ ਦੁਪਹਿਰੇ 3:15 ਤੋਂ ਰਾਤ ਦੇ 10 ਵਜੇ ਤੱਕ ਦੀਵਾਨ ਸਜਣਗੇ, ਜਿਹਦੇ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਔਰ ਪੰਥ ਪ੍ਰਸਿੱਧ ਵਿਦਵਾਨ ਹਾਜ਼ਰੀਆਂ ਭਰਨਗੇ। ਆਪ ਜੀ ਨੇ ਨਾ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਨਾ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਇ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ। ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਪ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰ ਪਰਮੇਸ਼ਰ ਜੀਓ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ। ਆਪ ਜੀ ਦੇ ਪਾਵਨ ਚਰਨਾਂ ਕਮਲਾਂ ਚ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਹਜੂਰ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਤੋਂ ਸੁੰਦਰ ਸੱਚਖੰਡ ਦੀਵਾਨ ਸੱਜੇ ਹਨ ਜੀ। ਸੱਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਜਾਪ,
ਸੰਪੂਰਨ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਦੀਆਂ ਪੌੜੀਆਂ ਦੇ ਗਾਇਨ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਹੋਈ ਹੈ। ਸਤਿਗੁਰੂ ਜੀਓ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨਾ। ਪੜ੍ਹੀ ਸੁਣੀ ਗੁਰਬਾਣੀ ਦਾ ਸਮੁੱਚਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਸਭ ਸੰਗਤਾਂ ਨੂੰ ਦਰੋਂ ਘਰੋਂ ਨਾਮਦਾਨ ਸਿੱਖੀ ਸਿਦਕ ਭਰੋਸਾ ਬਖਸ਼ਣਾ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਦੇ ਵਿੱਚੋਂ ਤਥਾ ਸੰਗਤਾਂ ਵੱਲੋਂ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਹਾਜ਼ਰ ਹੈ ਜੀ। ਆਪ ਜੀ ਨੂੰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ। ਸਮੂਹ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਦੇ ਹੋਏ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਸਰਬੱਤ ਦੇ ਕਾਰਜ ਰਾਸ ਕਰਨੇ ਸੁਖ ਹੋਵੇ, ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਬ ਲੋ ਨਹੀਂ ਭਾਗ ਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤ ਹਾਇਓ। कल घोर समुंदर में बूढ़त थे, कब हूँ मिट है नहीं रे पछतायो। तत् विचार यह मथुरा, जग तारन को अवतार बनायो। जपयो जन अर्जन देव गुरु, फिर संकट जो न गर्भ न आयो। तरण गगन नव खंड मह, जोत सब रूपी रहो पर। पन मथुरा कछ भेद नहीं, गुर अर्जन परतख हर। सो कहो टल गुर सेविया, अहनस सहज। दर्शन परसय गुरु कै, जन्म मरण दुख होवै सिफत खसंबंधी। नूर अर सह कर सह, तुद डिठे सच्चे पातशाह मल।
ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।